ਵਿਗਿਆਨ ਪੜ੍ਹਨ ਲਈ YouTube ਤੇ ਪ੍ਰਸਿੱਧ ਚੈਨਲ ਨੂੰ ਛੇਤੀ ਤੋਂ ਛੇਤੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਵੀਡੀਓਜ਼ ਦੀ ਇੰਟੀਮੇਸ਼ਨ ਲਈ। ਹੈਲੋ ਪਿਆਰੇ ਬੱਚਿਓ, ਕਿਵੇਂ ਹੋ ਤੁਸੀਂ ਸਾਰੇ ਬੱਚਿਓ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਕਿ ਅਸੀਂ ਜਿਹੜਾ ਭੋਜਨ ਪੌਦਿਆਂ ਤੋਂ ਪ੍ਰਾਪਤ ਕਰਦੇ ਹਾਂ, ਕਿਸਾਨ ਉਸ ਨੂੰ ਆਪਣੇ ਖੇਤਾਂ ਵਿੱਚ ਕਿਸ ਤਰ੍ਹਾਂ ਉਗਾਉਂਦੇ ਹਨ ਅਤੇ ਪੱਕਣ 'ਤੇ ਕਿਸ ਤਰ੍ਹਾਂ ਉਸ ਨੂੰ ਕੱਟਦੇ ਹਨ ਅਤੇ ਉਹ ਭੋਜਨ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਵੱਧਦਾ ਹੈ ਅਤੇ ਕਿਸਾਨ ਉਸ ਨੂੰ ਉਗਾਉਣ ਤੋਂ ਲੈ ਕੇ ਪੱਕਣ ਤੱਕ ਜਿਹੜੀਆਂ ਕਿਰਿਆਵਾਂ ਕਰਦੇ ਹਨ, ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਬਾਰੇ ਪੜ੍ਹਾਂਗੇ। ਜੀ ਹਾਂ ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬੇਸਿਕ ਪ੍ਰੈਕਟਿਸਿਸ ਆਫ ਕ੍ਰੌਪ ਪ੍ਰੋਡਕਸ਼ਨ ਫਸਲ ਉਤਪਾਦਨ ਸੰਬੰਧੀ ਮੁੱਖ ਖੇਤੀ ਪੱਧਤੀਆਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕ੍ਰੌਪ ਦੇ ਬਾਰੇ ਵਿੱਚ। ਕ੍ਰੌਪ ਫਸਲ ਕੀ ਹੁੰਦੀ ਹੈ? ਜਦੋਂ ਪੌਦਿਆਂ ਦੀ ਇੱਕੋ ਪ੍ਰਜਾਤੀ ਨੂੰ ਇੱਕੋ ਥਾਂ ਤੇ ਵੱਡੇ ਪੱਧਰ ਤੇ ਉਗਾਇਆ ਜਾਂਦਾ ਹੈ ਤਾਂ ਉਸ ਨੂੰ ਫਸਲ ਕਹਿੰਦੇ ਹਨ। ਹੁਣ ਇੰਡੀਆ, ਭਾਰਤ ਜਿਸ ਦੇਸ਼ ਵਿੱਚ ਅਸੀਂ ਰਹਿੰਦੇ ਹਾਂ, ਇੰਡੀਆ ਇਜ਼ ਅ ਲਾਰਜ ਕੰਟਰੀ, ਬਹੁਤ ਵੱਡਾ ਦੇਸ਼ ਹੈ। ਇਸ ਵਿੱਚ ਹਰ ਖੇਤਰ ਦੇ, ਹਰ ਰੀਜਨ ਦੇ ਮੌਸਮ ਦੇ ਹਾਲਾਤ ਵੱਖਰੇ ਵੱਖਰੇ ਹੁੰਦੇ ਹਨ। ਇਸ ਲਈ ਵੱਖਰੇ ਵੱਖਰੇ ਖੇਤਾਂ ਵਿੱਚ ਵੱਖਰੀਆਂ ਵੱਖਰੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ। ਇਸ ਲਈ ਫਸਲਾਂ ਨੂੰ ਮੁੱਖ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ: ਰੱਬੀ ਕ੍ਰੌਪਸ, ਖਾਰਿਫ ਕ੍ਰੌਪਸ। ਰੱਬੀ ਦੀਆਂ ਫਸਲਾਂ ਤੇ ਖਰੀਫ ਦੀਆਂ ਫਸਲਾਂ। ਜੋ ਫਸਲਾਂ ਸਰਦੀ ਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ਉਹਨਾਂ ਨੂੰ ਰੱਬੀ ਫਸਲਾਂ ਕਹਿੰਦੇ ਹਨ। ਇਹ ਅਕਤੂਬਰ ਤੋਂ ਮਾਰਚ ਦੇ ਮਹੀਨੇ ਤੱਕ ਉਗਾਈਆਂ ਜਾਂਦੀਆਂ ਹਨ। ਉਦਾਹਰਣ ਕਣਕ, ਛੋਲੇ। ਜੋ ਫਸਲਾਂ ਵਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ਉਹਨਾਂ ਨੂੰ ਖਰੀਫ ਫਸਲਾਂ ਕਹਿੰਦੇ ਹਨ। ਇਹ ਵਰਖਾ ਰੁੱਤ ਮੀਨਸ ਜੂਨ ਤੋਂ ਸਤੰਬਰ ਤੱਕ ਉਗਾਈਆਂ ਜਾਂਦੀਆਂ ਹਨ। ਖਰੀਫ ਫਸਲਾਂ ਦੀ ਉਦਾਹਰਣ ਹੈ ਚਾਵਲ, ਮੱਕੀ, ਮੂੰਗਫਲੀ। ਇਹ ਦੇਖੋ ਬੱਚਿਓ, ਰਬੀ ਕ੍ਰੌਪਸ, ਵੀਟ यानी कनक। They are planted in November and harvested in April. ਇਹ ਖਰੀਫ ਫਸਲਾਂ ਹਨ, ਚਾਵਲ, ਮੱਕੀ, ਮੂੰਗਫਲੀ ਆਦਿ। ਹੁਣ ਬੱਚਿਓ, ਕਿਸਾਨਾਂ ਨੂੰ ਫਸਲ ਉਗਾਉਣ ਲਈ ਸਮੇਂ-ਸਮੇਂ ਤੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਦੀ ਲੋੜ ਹੁੰਦੀ ਹੈ ਔਰ ਇਹਨਾਂ ਕਿਰਿਆਵਾਂ ਨੂੰ ਖੇਤੀ ਪੱਧਤੀਆਂ ਕਹਿੰਦੇ ਹਨ। ਤੇ ਮੁੱਖ ਖੇਤੀ ਪੱਧਤੀਆਂ ਜਿਹੜੀਆਂ ਹਰ ਫਸਲ ਦੇ ਵਿੱਚ ਜਿਹੜੀਆਂ ਕਿਰਿਆਵਾਂ ਹੁੰਦੀਆਂ ਹਨ ਉਹ ਕਿਹੜੀਆਂ ਹਨ? ਖੇਤ ਜਾਂ ਭੂਮੀ ਦੀ ਤਿਆਰੀ, ਪ੍ਰੈਪਰੇਸ਼ਨ ਆਫ ਸੋਇਲ, ਫਸਲ ਉਗਾਉਣ ਤੋਂ ਪਹਿਲਾਂ ਭੂਮੀ ਨੂੰ ਤਿਆਰ ਕਰਨਾ। ਸੈਕਿੰਡ, ਫਿਰ ਬੀਜ ਬੀਜਣਾ, ਸੋਇੰਗ ਸੀਡ। ਥਰਡ, ਖਾਦ ਪਾਉਣਾ, ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰਸ। ਦੈਨ ਸਿੰਚਾਈ, ਇਰੀਗੇਸ਼ਨ। ਫਿਰ ਗੋਡੀ, ਵੀਡਿੰਗ। ਫਿਰ ਫਸਲ ਪੱਕਣ ਤੇ ਵਾਢੀ, ਹਾਰਵੈਸਟਿੰਗ। ਐਂਡ ਦੈਨ ਪੱਕੀ ਹੋਈ ਫਸਲ ਦਾ ਦਾਣਿਆਂ ਦਾ ਭੰਡਾਰਨ ਤੇ ਸਟੋਰੇਜ। ਹਾਂਜੀ ਬੱਚਿਓ, ਤੇ ਫਸਟ ਹੈ ਹਲ ਪਾਉਣਾ, ਪਲੋਇੰਗ। ਮਿੱਟੀ ਨੂੰ ਉਲਟਾਉਣਾ ਪਲਟਾਉਣਾ ਅਤੇ ਪੋਲੀ ਕਰਨਾ ਨੂੰ ਹਲ ਵਾਹੁਣਾ ਕਹਿੰਦੇ ਹਨ। ਇਸ ਨਾਲ ਹੇਠਲੀ ਪੋਸ਼ਕ ਤੱਤਾਂ ਨਾਲ ਭਰਪੂਰ ਮਿੱਟੀ ਦੀ ਪਰਤ ਉੱਪਰ ਆ ਜਾਂਦੀ ਹੈ ਅਤੇ ਨਦੀਨਾਂ ਨੂੰ ਵੀ ਹਟਾਉਣ ਵਿੱਚ ਮਦਦ ਮਿਲਦੀ ਹੈ। ਗਡੋਏ ਅਤੇ ਸੂਖਮ ਜੀਵ ਪੋਲੀ ਮਿੱਟੀ ਵਿੱਚ, ਹਵਾਦਾਰ ਮਿੱਟੀ ਵਿੱਚ ਵਧੇਰੇ ਵਾਧੇ ਫੁੱਲਦੇ ਹਨ। ਹਲ ਵਾਉਣ ਨਾਲ ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧੱਸ ਜਾਂਦੀਆਂ ਹਨ ਅਤੇ ਸਾਹ ਲੈ ਸਕਦੀਆਂ ਹਨ ਕਿਉਂਕਿ ਪੋਲੀ ਮਿੱਟੀ ਜ਼ਿਆਦਾ ਹਵਾਦਾਰ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਹਲ ਵਾਉਣ ਲਈ ਹਲ ਦਾ ਪ੍ਰਯੋਗ ਕੀਤਾ ਜਾਂਦਾ ਸੀ। ਹਲ ਦਾ ਮੁੱਖ ਹਿੱਸਾ ਇੱਕ ਲੰਬੀ ਲੱਕੜ ਦਾ ਬਣਿਆ ਹੁੰਦਾ ਹੈ ਜਿਸ ਨੂੰ ਪੰਜਾਲੀ ਕਹਿੰਦੇ ਹਨ। ਇਸ ਨੂੰ ਬਲਦਾਂ ਦੀ ਗਰਦਨ ਤੇ ਰੱਖਿਆ ਜਾਂਦਾ ਹੈ ਅਤੇ ਬਲਦਾਂ ਦੀ ਸਹਾਇਤਾ ਨਾਲ ਹਲ ਨੂੰ ਚਲਾਇਆ ਜਾਂਦਾ ਹੈ ਤੇ ਇਸ ਦਾ ਇੱਕ ਸਿਰਾ ਲੋਹੇ ਦਾ ਹੁੰਦਾ ਹੈ ਜੋ ਤਿੱਖਾ ਅਤੇ ਮਜ਼ਬੂਤ ਹੁੰਦਾ ਹੈ। ਇਸ ਨੂੰ ਫਾਲਾ ਜਾਂ ਪਲੋਸ਼ੇਅਰ ਕਹਿੰਦੇ ਹਨ
ਤੇ ਇਹ ਇਸ ਦਾ ਲੱਕੜ ਦਾ ਹੈਂਡਲ ਹੈ ਜਿਸ ਨੂੰ ਪਲੋ ਸ਼ਾਫਟ ਕਹਿੰਦੇ ਹਨ। ਕਰੰਡੀ ਹੋ, ਇਹ ਵੀ ਇੱਕ ਔਜ਼ਾਰ ਹੈ ਜਿਸ ਨੂੰ ਖੇਤਾਂ ਵਿੱਚ ਨਦੀਨਾਂ ਵੀਡਸ ਨੂੰ ਹਟਾਉਣ ਲਈ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਸੀ। ਅੱਜ ਕੱਲ੍ਹ ਕਲਟੀਵੇਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਟਰੈਕਟਰ ਨਾਲ ਚੱਲਣ ਵਾਲੇ ਕਲਟੀਵੇਟਰ ਨਾਲ ਅੱਜ ਕੱਲ੍ਹ ਹਲ ਵਾਇਆ ਜਾਂਦਾ ਹੈ। ਇਸ ਨਾਲ ਖਰਚ ਅਤੇ ਸਮੇਂ ਦੀ ਬਚਤ ਹੁੰਦੀ ਹੈ। ਹਲ ਵਾਉਣ ਤੋਂ ਬਾਅਦ ਜ਼ਮੀਨ ਵਿੱਚ, ਭੂਮੀ ਵਿੱਚ ਮਿੱਟੀ ਦੇ ਸੋਇਲ ਦੇ ਵੱਡੇ ਵੱਡੇ ਢੇਲੇ ਬਣ ਜਾਂਦੇ ਹਨ। ਉਸ ਨੂੰ ਲੈਵਲਰ ਨਾਲ ਜਾਂ ਸੁਹਾਗਾ ਫੇਰਨ ਨਾਲ ਉਹਨਾਂ ਢੇਲਿਆਂ ਨੂੰ ਤੋੜਿਆ ਜਾਂਦਾ ਹੈ। ਇਸ ਨੂੰ ਸੁਹਾਗਾ ਫੇਰਨਾ ਜਾਂ ਲੈਵਲਿੰਗ ਦਾ ਸੋਇਲ ਕਹਿੰਦੇ ਹਨ, ਤਾਂ ਜੋ ਖੇਤ ਨੂੰ ਪੱਧਰਾ ਕੀਤਾ ਜਾਵੇ ਅਤੇ ਸੋਇਲ ਇਰੋਜਨ, ਭੂ ਖੋਰ ਤੋਂ ਵੀ ਬਚਾਅ ਹੋ ਸਕੇ। ਨੈਕਸਟ ਜੋ ਪद्धति ਹੈ, ਖੇਤੀ ਪद्धति ਹੈ, ਉਹ ਹੈ ਬਿਜਾਈ, ਸੋਇੰਗ ਸੀਡ। ਬੀਜਾਂ ਨੂੰ ਖੇਤ ਵਿੱਚ ਬੀਜਣ ਤੋਂ ਪਹਿਲਾਂ ਸਿਹਤਮੰਦ ਬੀਜਾਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਸਿਹਤਮੰਦ ਬੀਜਾਂ ਦੀ ਚੋਣ ਇੱਕ ਸਿੰਪਲ ਕਿਰਿਆ ਦੇ ਨਾਲ ਵੀ ਕੀਤੀ ਜਾ ਸਕਦੀ ਹੈ। ਬੀਜਾਂ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਅਤੇ ਜਿਹੜੇ ਬੀਜ ਖਰਾਬ ਹੋਣਗੇ ਉਹ ਅੰਦਰੋਂ ਖੋਖਲੇ ਹੋ ਕੇ, ਹਲਕੇ ਹੋ ਕੇ ਪਾਣੀ ਦੇ ਉੱਪਰ ਆ ਜਾਂਦੇ ਹਨ ਅਤੇ ਸਿਹਤਮੰਦ ਬੀਜ ਪਾਣੀ ਦੇ ਤਲ ਤੇ ਹੇਠਾਂ ਹੀ ਰਹਿੰਦੇ ਹਨ। ਪੁਰਾਣੇ ਸਮੇਂ ਵਿੱਚ ਬੀਜਾਂ ਨੂੰ ਬੀਜਣ ਲਈ ਇੱਕ ਟੂਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਨੂੰ ਡਰਿਲ ਕਹਿੰਦੇ ਹਨ। ਇਹ ਕੀਪ ਦੇ ਆਕਾਰ ਦੀ ਪੋਰ ਹੁੰਦੀ ਹੈ। ਇਸ ਦੇ ਅੰਦਰ ਬੀਜਾਂ ਨੂੰ ਪਾ ਦਿੱਤਾ ਜਾਂਦਾ ਹੈ ਅਤੇ ਇਸ ਨਾਲ 2 ਜਾਂ 3 ਸਿਰਿਆਂ ਵਾਲੀ ਪਾਈਪ ਅਟੈਚ ਹੁੰਦੀ ਹੈ। ਇਸ ਕੀਪ ਵਿੱਚ ਬੀਜ ਪਾਉਣ ਤੋਂ ਬਾਅਦ ਬੀਜ ਇਸ ਪਾਈਪ ਰਾਹੀਂ ਭੂਮੀ ਦੇ ਵਿੱਚ ਬੀਜੇ ਜਾਂਦੇ ਹਨ। ਅੱਜ ਕੱਲ੍ਹ ਸੀਡ ਡਰਿਲ ਦੀ ਵਰਤੋਂ ਕੀਤੀ ਜਾਂਦੀ ਹੈ। ਬੀਜ ਡਰਿਲ ਜਾਂ ਸੀਡ ਡਰਿਲ ਟਰੈਕਟਰ ਦੇ ਨਾਲ ਚਲਾਈ ਜਾਂਦੀ ਹੈ। ਇਹ ਬੀਜ ਨੂੰ ਇੱਥੇ ਇਸ ਵਿੱਚ ਬੀਜ ਪਾਏ ਜਾਂਦੇ ਹਨ ਅਤੇ ਇਹਨਾਂ ਪਾਈਪਾਂ ਰਾਹੀਂ ਬੀਜ ਜਿਹੜੇ ਹਨ ਉਹ ਧਰਤੀ ਦੇ ਵਿੱਚ ਬੀਜੇ ਜਾਂਦੇ ਹਨ, ਭੂਮੀ ਵਿੱਚ ਬੀਜੇ ਜਾਂਦੇ ਹਨ। ਸੀਡ ਡਰਿਲ ਜਾਂ ਬੀਜ ਡਰਿਲ ਨਾਲ ਬੀਜ ਮਿੱਟੀ ਵਿੱਚ ਸਹੀ ਡੂੰਘਾਈ ਅਤੇ ਸਹੀ ਦੂਰੀ ਤੇ ਇਕਸਾਰ ਬੀਜੇ ਜਾਂਦੇ ਹਨ। ਇਸ ਨਾਲ ਬੀਜ ਮਿੱਟੀ ਨਾਲ ਵੀ ਢੱਕੇ ਜਾਂਦੇ ਹਨ, ਕੋਈ ਪਸ਼ੂ ਪੰਛੀ ਬੀਜਾਂ ਨੂੰ ਨਹੀਂ ਖਾ ਸਕਦਾ ਅਤੇ ਇਸ ਨਾਲ ਸਮੇਂ ਅਤੇ ਖਰਚ ਦੋਵਾਂ ਦੀ ਬਚਤ ਹੁੰਦੀ ਹੈ। ਕਈ ਫਸਲਾਂ ਜਿਵੇਂ ਕਿ ਕਣਕ ਆਦਿ ਨੂੰ ਬ੍ਰੌਡਕਾਸਟਿੰਗ ਵਿਧੀ ਜਾਂ ਛੱਟਾ ਦੇ ਕੇ ਵੀ ਬੀਜਾਂ ਨੂੰ ਭੂਮੀ ਵਿੱਚ ਛੱਟਾ ਦੇ ਕੇ ਵੀ ਬੀਜਿਆ ਜਾਂਦਾ ਹੈ। ਕਈ ਫਸਲਾਂ ਜਿਵੇਂ ਕਿ ਚਾਵਲ, ਇਸ ਵਿੱਚ ਟ੍ਰਾਂਸਪਲਾਂਟੇਸ਼ਨ ਵਿਧੀ ਵੀ ਅਪਣਾਈ ਜਾਂਦੀ ਹੈ। ਚਾਵਲਾਂ ਦੇ ਬੀਜਾਂ ਨੂੰ ਪਹਿਲਾਂ ਨਰਸਰੀ ਵਿੱਚ ਉਗਾਇਆ ਜਾਂਦਾ ਹੈ ਅਤੇ ਫਿਰ ਪਨੀਰੀ ਨੂੰ ਉੱਥੋਂ ਪੁੱਟ ਕੇ ਹੱਥਾਂ ਦੇ ਨਾਲ ਖੇਤ ਵਿੱਚ ਬੀਜ ਦਿੱਤਾ ਜਾਂਦਾ ਹੈ। ਇਸ ਵਿੱਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਸਿਰਫ ਹੈਲਦੀ ਪਨੀਰੀ, ਹੈਲਦੀ ਪੌਦੇ ਹੀ ਖੇਤ ਵਿੱਚ ਪ੍ਰੋਪਰ ਵਿੱਥ ਅਤੇ ਡਿਸਟੈਂਸ ਤੇ ਬੀਜੇ ਜਾਣ। ਕੁਝ ਫੁੱਲਦਾਰ ਪੌਦੇ ਵੀ ਇਸੇ ਤਰ੍ਹਾਂ ਨਾਲ ਉਗਾਏ ਜਾਂਦੇ ਹਨ। ਨੈਕਸਟ ਸਟੈਪ ਹੈ ਖੇਤ ਵਿੱਚ ਖਾਦ ਪਾਉਣਾ, ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰਸ। ਲਗਾਤਾਰ ਫਸਲਾਂ ਬੀਜਣ ਨਾਲ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਲਈ ਪੌਦਿਆਂ ਦੇ ਪ੍ਰੋਪਰ ਵਾਧੇ ਲਈ ਖੇਤਾਂ ਵਿੱਚ ਖਾਦ ਮਿਲਾਈ ਜਾਂਦੀ ਹੈ। ਇਹ ਰੂੜੀ ਖਾਦ ਹੈ ਅਤੇ ਇਹ ਰਸਾਇਣਿਕ ਖਾਦ ਹੈ। ਬੱਚਿਓ, ਆਓ ਹੁਣ ਅਸੀਂ ਰਸਾਇਣਿਕ ਖਾਦ ਅਤੇ ਰੂੜੀ ਖਾਦ ਵਿੱਚ ਅੰਤਰ ਸਮਝਦੇ ਹਾਂ। ਰਸਾਇਣਿਕ ਖਾਦ ਅਕਾਰਬਨਿਕ ਪਦਾਰਥ ਹੈ, ਇਨਆਰਗੈਨਿਕ ਹੁੰਦੀ ਹੈ, ਜਦਕਿ ਰੂੜੀ ਖਾਦ ਕਾਰਬਨਿਕ ਪਦਾਰਥਾਂ ਦੇ, ਪੌਦਿਆਂ ਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦੀ ਹੈ। ਰਸਾਇਣਿਕ ਖਾਦ
ਫੈਕਟਰੀਆਂ ਵਿੱਚ ਤਿਆਰ ਕੀਤੀ ਜਾਂਦੀ ਹੈ, ਜਦ ਕਿ ਰੂੜੀ ਖਾਦ ਖੇਤਾਂ ਵਿੱਚ, ਘਰ ਦੇ ਬਾਹਰ, ਖੁੱਲੀ ਥਾਂ ਵਿੱਚ ਤਿਆਰ ਕੀਤੀ ਜਾਂਦੀ ਹੈ। ਇਸ ਨੂੰ ਤਿਆਰ ਕਰਨ ਲਈ ਬੱਚਿਓ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਤੁਸੀਂ ਪੜ੍ਹਿਆ ਹੈ ਅਤੇ ਤਿਆਰ ਕਰਦੇ ਵੀ ਹੋ ਕਿ ਘਰ ਦੇ ਕੋਲ ਇੱਕ ਟੋਆ ਪੁੱਟ ਕੇ ਕਿਚਨ ਦਾ ਵੇਸਟ, ਫਲਾਂ ਸਬਜ਼ੀਆਂ ਦੇ ਛਿਲਕੇ ਅਸੀਂ ਉਸ ਦੇ ਵਿੱਚ ਪਾ ਦਿੰਦੇ ਹਾਂ ਅਤੇ ਉਸ ਨੂੰ ਮਿੱਟੀ ਨਾਲ ਉੱਪਰੋਂ ਢੱਕ ਦਿੰਦੇ ਹਾਂ ਤੇ ਕੁਝ ਦਿਨਾਂ ਬਾਅਦ 25 ਤੋਂ 30 ਦਿਨਾਂ ਬਾਅਦ ਅਸੀਂ ਦੇਖਦੇ ਹਾਂ ਉਸ ਵਿੱਚ ਕਾਫੀ ਬਦਲਾਅ ਆ ਜਾਂਦਾ ਹੈ ਅਤੇ ਫਾਈਨਲੀ ਰੂੜੀ ਖਾਦ ਬਣ ਜਾਂਦੀ ਹੈ। ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ, ਹਿਊਮਸ ਪ੍ਰਦਾਨ ਨਹੀਂ ਕਰਦੀਆਂ। ਰੂੜੀ ਖਾਦ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਪ੍ਰਦਾਨ ਕਰਦੀ ਹੈ ਅਤੇ ਭੂਮੀ ਦੀ ਬਣਤਰ ਵਿੱਚ ਸੁਧਾਰ ਕਰਦੀ ਹੈ। ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ। ਇਸ ਤਰ੍ਹਾਂ ਵਰਮੀ ਕੰਪੋਸਟਿੰਗ ਵਿਧੀ ਨਾਲ ਵੀ ਰੂੜੀ ਖਾਦ ਤਿਆਰ ਕੀਤੀ ਜਾਂਦੀ ਹੈ। ਬੱਚਿਓ, ਰੂੜੀ ਖਾਦਾਂ ਪੌਦੇ ਹੌਲੀ-ਹੌਲੀ ਐਬਜ਼ੌਰਬ ਕਰਦੇ ਹਨ। ਪੌਦਿਆਂ ਦੀਆਂ ਜੜ੍ਹਾਂ ਹੌਲੀ-ਹੌਲੀ ਰੂੜੀ ਖਾਦਾਂ ਨੂੰ ਐਬਜ਼ੌਰਬ ਕਰਦੀਆਂ ਹਨ। ਇਹ ਰੂੜੀ ਖਾਦ ਮਿੱਟੀ ਵਿੱਚ ਇਹਨਾਂ ਦੇ ਨਿਊਟ੍ਰੀਐਂਟਸ ਕਾਫੀ ਦੇਰ ਤੱਕ ਮਿੱਟੀ ਵਿੱਚ ਇਹਨਾਂ ਦੇ ਪੋਸ਼ਕ ਤੱਤ ਪਏ ਰਹਿੰਦੇ ਹਨ, ਜਦ ਕਿ ਰਸਾਇਣਿਕ ਖਾਦਾਂ ਜਿਵੇਂ ਹੀ ਮਿੱਟੀ ਵਿੱਚ ਮਿਲਾਈਆਂ ਜਾਂਦੀਆਂ ਹਨ, ਇਹ ਪਾਣੀ ਵਿੱਚ ਘੁਲ ਜਾਂਦੀਆਂ ਹਨ ਅਤੇ ਪੌਦੇ ਇਹਨਾਂ ਨੂੰ ਜਲਦੀ ਐਬਜ਼ੌਰਬ ਕਰ ਲੈਂਦੇ ਹਨ। ਤੇ ਰਸਾਇਣਿਕ ਖਾਦਾਂ ਜ਼ਿਆਦਾ ਵਰਤਣ ਤੇ ਇਹ ਭੂਮੀ ਦਾ ਪ੍ਰਦੂਸ਼ਣ ਵੀ ਕਰਦੀਆਂ ਹਨ, ਜਦ ਕਿ ਰੂੜੀ ਖਾਦਾਂ ਭੂਮੀ ਦਾ ਪੋਲਿਊਸ਼ਨ ਨਹੀਂ ਕਰਦੀਆਂ, ਪ੍ਰਦੂਸ਼ਣ ਨਹੀਂ ਕਰਦੀਆਂ, ਇਹ ਭੂਮੀ ਦੀ ਬਣਤਰ ਵਿੱਚ ਸੁਧਾਰ ਕਰਦੀਆਂ ਹਨ। ਫੋਰਥ ਹੈ ਇਰੀਗੇਸ਼ਨ, ਸਿੰਚਾਈ। ਸਿੰਚਾਈ ਮੀਨਸ ਫਸਲ ਨੂੰ ਵੱਖ-ਵੱਖ ਅੰਤਰਾਲ ਤੇ ਪਾਣੀ ਦੇਣਾ। ਸਿਹਤਮੰਦ ਫਸਲ ਦੀ ਪ੍ਰਾਪਤੀ ਲਈ ਪੌਦਿਆਂ ਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ ਤੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਵੱਖ-ਵੱਖ ਅੰਤਰਾਲ ਤੇ ਦਿੱਤੇ ਪਾਣੀ ਨੂੰ ਸਿੰਚਾਈ ਕਹਿੰਦੇ ਹਨ। ਹੁਣ ਅਸੀਂ ਦੇਖਾਂਗੇ ਸੋਰਸਿਸ ਆਫ ਇਰੀਗੇਸ਼ਨ, ਸਿੰਚਾਈ ਦੇ ਸੋਮੇ। ਸਿੰਚਾਈ ਦੇ ਸੋਮੇ ਕਿਹੜੇ ਹੁੰਦੇ ਹਨ? ਪੌਂਡ, ਲੇਕ, ਤਲਾਬ, ਸੂਏ, ਟਿਊਬਵੈਲ। ਅੱਜ ਕੱਲ੍ਹ ਟਿਊਬਵੈਲ ਰਾਹੀਂ ਧਰਤੀ ਹੇਠਲਾ ਪਾਣੀ ਖੇਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਇਹ ਮੋਸਟ ਕਾਮਨ ਮੈਥਡ ਆਫ ਇਰੀਗੇਸ਼ਨ ਹੈ। ਦੈਨ ਨੈਕਸਟ ਹੈ ਟ੍ਰੈਡੀਸ਼ਨਲ ਮੈਥਡ ਆਫ ਇਰੀਗੇਸ਼ਨ। ਪੁਰਾਤਨ ਸਮੇਂ ਵਿੱਚ ਇਰੀਗੇਸ਼ਨ ਦੇ ਸਿੰਚਾਈ ਦੇ ਕਿਹੜੇ ਤਰੀਕੇ ਸਨ? ਇੱਕ ਹੈ ਪੁਲੀ ਸਿਸਟਮ, ਚੇਨ ਪੰਪ, ਹਲਟ, ਢੇਕਲੀ। ਹਲਟ, ਇਹ ਹੈ ਹਲਟ। ਹਲਟ ਵਿੱਚ ਕੀ ਹੁੰਦਾ ਹੈ? ਬਲਦ ਜਿਹੜਾ ਹੈ ਇੱਕ ਇੱਥੇ ਰਸਤੇ ਤੇ ਗੋਲਾਕਾਰ ਰਸਤੇ ਤੇ ਇਹ ਚੱਲਦਾ ਹੈ, ਇਸ ਨੂੰ ਬਲਦ ਚਲਾਉਂਦਾ ਹੈ ਅਤੇ ਇਸ ਦੇ ਨਾਲ ਇਹ ਵੀਲ, ਇਹ ਪਹੀਆ ਅਟੈਚ ਹੁੰਦਾ ਹੈ। ਜਿਵੇਂ ਹੀ ਬਲਦ ਗੋਲਾਕਾਰ ਰਸਤੇ ਤੇ ਗੋਲ ਚੱਲੇਗਾ ਤੇ ਇਹ ਪਹੀਆ ਵੀ ਘੁੰਮੇਗਾ, ਇਹ ਵੀਲ ਵੀ ਨਾਲ ਹੀ ਘੁੰਮੇਗਾ। ਇਸ ਦੇ ਨਾਲ ਬਾਲਟੀਆਂ ਵੱਜੀਆਂ ਹੋਈਆਂ ਹਨ ਤੇ ਇਹ ਬਕਟਸ ਜਾਂ ਬਾਲਟੀਆਂ ਇੱਥੋਂ ਪਾਣੀ ਦੀਆਂ, ਜਿਵੇਂ ਹੀ ਇਹ ਇਸ ਤਰ੍ਹਾਂ ਉੱਪਰ ਜਾਏਗਾ, ਪਾਣੀ ਦੀਆਂ ਭਰ ਜਾਂਦੀਆਂ ਹਨ ਅਤੇ ਇੱਥੋਂ ਇਹ ਬਾਲਟੀਆਂ ਪਾਣੀ ਖੇਤਾਂ ਨੂੰ ਦੇ ਦਿੰਦੀਆਂ ਹਨ। ਇਸ ਤਰ੍ਹਾਂ ਹਲਟ ਪ੍ਰਣਾਲੀ ਰਾਹੀਂ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਦੈਨ ਨੈਕਸਟ ਹੈ ਚੇਨ ਪੰਪ। ਚੇਨ ਪੰਪ ਦੇ ਵਿੱਚ 2 ਵੀਲ ਯੂਜ਼ ਹੁੰਦੇ ਹਨ। ਇੱਕ ਵੀਲ ਆ ਹੈ ਅਤੇ ਇੱਕ ਵੀਲ ਇੱਥੇ ਧਰਤੀ ਦੇ ਹੇਠਾਂ, ਭੂਮੀ ਦੇ ਹੇਠਾਂ ਇੱਥੇ ਹੁੰਦਾ ਹੈ ਤੇ ਇਹਦੇ ਨਾਲ ਇਹ ਚੇਨ ਹੈ, ਠੀਕ ਹੈ। ਚੇਨ ਦੇ ਨਾਲ ਇਹ ਬਾਲਟੀ ਵੱਜੀ ਹੋਈ ਹੈ। ਜਿਵੇਂ ਹੀ ਇਹ ਚੇਨ ਘੁੰਮਦੀ ਹੈ, ਬਾਲਟੀ ਵੀ ਹੇਠਾਂ ਆਊਗੀ, ਪਾਣੀ ਨਾਲ ਭਰੀ ਜਾਊਗੀ ਅਤੇ ਜਿਸ ਤਰ੍ਹਾਂ ਹੀ ਇਹ ਬਾਲਟੀ ਉੱਪਰ ਇੱਥੇ ਆਊਗੀ ਤਾਂ ਇਹ ਪਾਣੀ ਜਿਹੜਾ ਹੈ ਖੇਤਾਂ ਨੂੰ ਜਾਊਗਾ। ਦੈਨ ਨੈਕਸਟ ਹੈ ਢੇਕਲੀ। ਇਸ ਸਿਸਟਮ ਦੇ ਵਿੱਚ ਖੂਹ ਤੋਂ ਡਾਇਰੈਕਟ ਪਾਣੀ ਜਿਹੜਾ ਹੈ ਉਹ ਕੱਢ ਕੇ ਕਿਸੇ ਵੀ ਬਾਲਟੀ ਜਾਂ ਕਿਸੇ ਸਟਰਕਚਰ ਦੇ ਨਾਲ ਕੱਢ ਕੇ ਖੇਤਾਂ ਨੂੰ ਦਿੱਤਾ ਜਾਂਦਾ ਹੈ। ਇਹ ਢੇਕਲੀ ਪ੍ਰਣਾਲੀ। ਹੁਣ ਅਸੀਂ ਪੜਾਂਗੇ ਮਾਡਰਨ ਮੈਥਡਸ ਆਫ ਇਰੀਗੇਸ਼ਨ, ਸਿੰਚਾਈ ਦੇ ਆਧੁਨਿਕ ਢੰਗ। ਉਸ ਦੇ ਵਿੱਚ ਅਸੀਂ ਫਸਟ ਕਰਾਂਗੇ ਸਪ੍ਰਿੰਕਲਰ ਸਿਸਟਮ।
ਫੁਹਾਰਾ ਪ੍ਰਣਾਲੀ। ਜਿਵੇਂ ਕਿ ਇਸ ਦਾ ਨਾਮ ਹੈ ਫੁਹਾਰਾ, ਇਸ ਪ੍ਰਣਾਲੀ ਦੇ ਵਿੱਚ ਫਸਲਾਂ 'ਤੇ ਪਾਣੀ ਫੁਹਾਰੇ ਵਾਂਗੂ ਛਿੜਕਿਆ ਜਾਂਦਾ ਹੈ, ਜਿਵੇਂ ਵਰਖਾ ਹੋ ਰਹੀ ਹੋਵੇ। ਇਸ ਵਿੱਚ ਲੰਬਾਤਮਕ ਦਾਅ ਦੀਆਂ ਖੜੀਆਂ ਪਾਈਪਾਂ, ਲੰਬਾਤਮਕ ਮੀਨਸ 90 ਡਿਗਰੀ ਦੇ ਐਂਗਲ 'ਤੇ ਜਿਹੜੀਆਂ ਖੜੀਆਂ ਪਾਈਪਾਂ, ਜਿਨ੍ਹਾਂ ਦੇ ਸਿਰੇ 'ਤੇ ਘੁੰਮਣ ਵਾਲੀਆਂ ਨਜ਼ਲਸ ਫਿੱਟ ਹੁੰਦੀਆਂ ਹਨ, ਇਹਨਾਂ ਨੂੰ ਮੁੱਖ ਪਾਈਪ ਨਾਲ ਜੋੜਿਆ ਜਾਂਦਾ ਹੈ ਅਤੇ ਜਦੋਂ ਮੁੱਖ ਪਾਈਪ ਵਿੱਚੋਂ ਉੱਚ ਦਾਬ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਾਂ ਘੁੰਮ ਰਹੀਆਂ ਨੋਜ਼ਲ ਵਿੱਚੋਂ ਫਸਲਾਂ 'ਤੇ ਪਾਣੀ ਇੰਝ ਛਿੜਕਿਆ ਜਾਂਦਾ ਹੈ ਜਿਵੇਂ ਵਰਖਾ ਹੋ ਰਹੀ ਹੋਵੇ। ਇਹ ਪ੍ਰਣਾਲੀ ਰੇਤਲੀ ਮਿੱਟੀ ਲਈ ਬਹੁਤ ਲਾਭਦਾਇਕ ਹੈ। ਉਸ ਤੋਂ ਬਾਅਦ ਹੈ ਡ੍ਰਿਪ ਸਿਸਟਮ, ਤੁਪਕਾ ਪ੍ਰਣਾਲੀ। ਡ੍ਰਿਪ ਸਿਸਟਮ ਦੇ ਵਿੱਚ ਵੀ ਦੇਅਰ ਇਜ਼ ਨੈਟਵਰਕ ਆਫ ਪਾਈਪਸ ਦਾ, ਪਾਣੀ ਦੀਆਂ ਪਾਈਪਾਂ ਦਾ ਖੇਤ ਵਿੱਚ ਜਾਲ ਵਿਛਾਇਆ ਜਾਂਦਾ ਹੈ ਅਤੇ ਪਾਈਪਾਂ ਰਾਹੀਂ ਪਾਣੀ ਤੁਪਕਾ ਜੜ੍ਹਾਂ ਦੇ ਨੇੜੇ ਦਿੱਤਾ ਜਾਂਦਾ ਹੈ। ਇਸ ਪ੍ਰਣਾਲੀ ਦੇ ਵਿੱਚ ਪਾਣੀ ਦੀ ਇੱਕ ਵੀ ਬੂੰਦ ਵਿਅਰਥ ਨਹੀਂ ਜਾਂਦੀ ਅਤੇ ਤੁਪਕਾ ਪਾਣੀ ਦਾ ਪੌਦਿਆਂ ਦੀਆਂ ਜੜ੍ਹਾਂ ਨੂੰ ਮਿਲਦਾ ਹੈ। ਬੱਚਿਓ, ਤੁਸੀਂ ਵੀ ਤੁਪਕਾ ਪ੍ਰਣਾਲੀ ਆਪਣੇ ਘਰਾਂ ਦੇ ਵਿੱਚ ਬੂਟਿਆਂ ਲਈ ਨੂੰ ਪਾਣੀ ਦੇਣ ਲਈ ਇਸਤੇਮਾਲ ਕਰ ਸਕਦੇ ਹੋ। ਨੈਕਸਟ ਹੈ ਨਦੀਨਾਂ ਤੋਂ ਸੁਰੱਖਿਆ, ਪ੍ਰੋਟੈਕਸ਼ਨ ਫਰੋਮ ਵੀਡਸ। ਨਦੀਨ ਮੀਨਸ ਵੀਡਸ। ਖੇਤ ਵਿੱਚ ਫਸਲ ਦੇ ਨਾਲ ਕੁਝ ਫਾਲਤੂ ਪੌਦੇ ਵੀ ਉੱਗ ਆਉਂਦੇ ਹਨ, ਇਹਨਾਂ ਨੂੰ ਨਦੀਨ ਕਹਿੰਦੇ ਹਨ। ਨਦੀਨਾਂ ਨੂੰ ਖੇਤ ਵਿੱਚੋਂ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਫਸਲ ਨਾਲ ਪੋਸ਼ਕ ਤੱਤਾਂ, ਪਾਣੀ ਅਤੇ ਰੋਸ਼ਨੀ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਪ੍ਰੋਸੈਸ ਨੂੰ ਗੋਡੀ ਕਹਿੰਦੇ ਹਨ। ਨਦੀਨਾਂ ਨੂੰ ਖੇਤ ਵਿੱਚੋਂ ਹੱਥ ਨਾਲ ਪੁੱਟ ਦਿੱਤਾ ਜਾਂਦਾ ਹੈ ਜਾਂ ਜੜੋਂ ਕੱਟ ਦਿੱਤਾ ਜਾਂਦਾ ਹੈ ਜਾਂ ਖੁਰਪੀ ਜਾਂ ਸੀਡ ਡਰਿਲ ਦੀ ਮਦਦ ਦੇ ਨਾਲ ਇਹਨਾਂ ਨੂੰ ਖੇਤ ਵਿੱਚੋਂ ਕੱਢਿਆ ਜਾਂਦਾ ਹੈ। ਇਹਨਾਂ ਨੂੰ ਕੱਢਣ ਲਈ ਰਸਾਇਣਿਕ ਪਦਾਰਥਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਨਦੀਨਨਾਸ਼ਕ ਜਾਂ ਵੀਡੀਸਾਈਡ ਕਹਿੰਦੇ ਹਨ। ਵੀਡੀਸਾਈਡਸ ਜਿਹੜੇ ਕਾਮਨਲੀ ਯੂਜ਼ ਕੀਤੇ ਜਾਂਦੇ ਹਨ ਉਹ ਕਿਹੜੇ ਹਨ? 2,4-D ਅਤੇ ਬੂਟਾਕਲੋਰ। ਨਦੀਨਨਾਸ਼ਕਾਂ ਦਾ ਫਸਲ 'ਤੇ ਪਾਣੀ ਦੇ ਨਾਲ ਸੋਲਿਊਸ਼ਨ ਬਣਾ ਕੇ ਛਿੜਕਾਓ ਕੀਤਾ ਜਾਂਦਾ ਹੈ। ਇਹ ਫਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਦੈਨ ਨੈਕਸਟ ਹੈ ਵਾਢੀ ਹਾਰਵੈਸਟਿੰਗ। ਫਸਲ ਪੱਕਣ ਤੋਂ ਬਾਅਦ ਉਸ ਨੂੰ ਕੱਟਣਾ ਵਾਢੀ ਅਖਵਾਉਂਦਾ ਹੈ। ਅਨਾਜ ਦੀ ਫਸਲ ਨੂੰ ਪੱਕਣ ਲਈ 3 ਜਾਂ 4 ਮਹੀਨਿਆਂ ਦਾ ਸਮਾਂ ਲੱਗਦਾ ਹੈ। ਵਾਢੀ ਜਾਂ ਦਾਤੀ ਨਾਲ ਜਾਂ ਵਾਢੀ ਕਰਨ ਵਾਲੀ ਮਸ਼ੀਨ, ਜਿਸ ਨੂੰ ਰੀਪਰ ਕਹਿੰਦੇ ਹਨ, ਉਸ ਨਾਲ ਫਸਲ ਨੂੰ ਕੱਟਿਆ ਜਾਂਦਾ ਹੈ। ਅੱਜ ਕੱਲ੍ਹ ਕੰਬਾਈਨ ਹਾਰਵੈਸਟਰ ਦੁਆਰਾ ਵਾਢੀ ਕੀਤੀ ਜਾਂਦੀ ਹੈ। ਕੰਬਾਈਨ, ਰੀਪਰ ਵਾਢੀ ਕਰਨ ਵਾਲੀ ਮਸ਼ੀਨ ਅਤੇ ਥ੍ਰੈਸ਼ਰ ਕੱਟੀ ਫਸਲ ਵਿੱਚੋਂ ਦਾਣੇ ਵੱਖ ਕਰਨ ਵਾਲੀ ਮਸ਼ੀਨ ਦਾ ਕੰਬਾਈਨ ਰੂਪ ਹੈ। ਇਸ ਲਈ ਕੰਬਾਈਨ ਫਸਲ ਵੀ ਕੱਟਦੀ ਹੈ ਅਤੇ ਦਾਣੇ ਵੀ ਫਸਲ ਵਿੱਚੋਂ ਵੱਖ ਕਰ ਲੈਂਦੀ ਹੈ ਅਤੇ ਦਾਣਿਆਂ ਨੂੰ ਕਿਸਾਨ ਨਾਲ ਟਰਾਲੇ ਵਿੱਚ ਭਰਦੇ ਜਾਂਦੇ ਹਨ। ਇਸ ਦੇ ਨਾਲ ਕੰਬਾਈਨ ਮਸ਼ੀਨ ਨਾਲ ਸਮੇਂ ਦੀ ਬਹੁਤ ਬਚਤ ਹੁੰਦੀ ਹੈ। ਨੈਕਸਟ ਹੈ ਭੰਡਾਰਨ, ਸਟੋਰੇਜ। ਜਿਹੜੇ ਦਾਣੇ ਫਸਲ ਤੋਂ ਪ੍ਰਾਪਤ ਕਰ ਲਏ ਜਾਂਦੇ ਹਨ, ਕੱਟੀ ਫਸਲ ਤੋਂ ਦਾਣੇ ਪ੍ਰਾਪਤ ਕਰ ਲਏ ਜਾਂਦੇ ਹਨ, ਉਹਨਾਂ ਨੂੰ ਸਟੋਰ ਕਿੱਦਾਂ ਕੀਤਾ ਜਾਂਦਾ ਹੈ? ਉਹਨਾਂ ਨੂੰ ਸਿਲੋਸ ਜਾਂ ਗੋਦਾਮਾਂ ਵਿੱਚ ਉਹਨਾਂ ਦਾਣਿਆਂ ਨੂੰ, ਗ੍ਰੇਨਸ ਨੂੰ ਸਟੋਰ ਕੀਤਾ ਜਾਂਦਾ ਹੈ। ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ
ਤਾਂ ਜੋ ਨਮੀ ਦੀ ਮਾਤਰਾ ਉਹਨਾਂ ਵਿੱਚੋਂ ਘਟ ਜਾਵੇ ਅਤੇ ਸੂਖਮ ਜੀਵ ਉੱਲੀ ਦੇ ਹਮਲੇ ਤੋਂ ਬਚਾਅ ਹੋ ਜਾਵੇ। ਘਰਾਂ ਵਿੱਚ ਦਾਣਿਆਂ ਨੂੰ ਸਟੋਰ ਕਰਨ ਲਈ ਬੋਰੀਆਂ ਜਾਂ ਧਾਤ ਦੇ ਬਰਤਨਾਂ ਦਾ ਉਪਯੋਗ ਕੀਤਾ ਜਾਂਦਾ ਹੈ। ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਅਸੀਂ ਇਸ ਵੀਡੀਓ ਦੇ ਵਿੱਚ ਜਿਹੜੀਆਂ 7 ਖੇਤੀ ਪੱਧਤੀਆਂ ਡਿਸਕਸ ਕੀਤੀਆਂ ਹਨ ਤੁਹਾਨੂੰ ਉਹ ਸਮਝ ਆਈਆਂ ਹੋਣਗੀਆਂ। ਸਭ ਦਾ ਬਹੁਤ ਬਹੁਤ ਥੈਂਕ ਯੂ।